ਫਰੰਟ ਫੁੱਟ ਤੇ ਕੈਪਟਨ ਸਾਹਿਬ ਉਹਨਾਂ ਨੂੰ ਵੀ ਖੜੇ ਹੋਣਾ ਚਾਹੀਦਾ ਸੀਗਾ, ਨਜ਼ਰ ਆਉਣਾ ਚਾਹੀਦਾ ਸੀ, ਉੱਦਾਂ ਨਜ਼ਰ ਨਹੀਂ ਆ ਰਿਹਾ ਇਸ ਸਮੇਂ। ਨਹੀਂ ਦੇਖੋ, ਜਿਹੜਾ ਇਹ ਵਾਇਰਸ ਆ ਬੇਸਿਕਲੀ ਦੇਖੋ ਬਜ਼ੁਰਗ ਹੈਗੇ ਆ, ਡਾਇਬਟਿਕ ਵੀ ਹੈਗੇ ਆ, ਹੋਰ ਵੀ ਹੈਲਥ ਦੀਆਂ ਪ੍ਰੋਬਲਮਸ ਹੈਗੀਆਂ, ਬਟ ਗੱਲ ਤਾਂ ਪਾਲਿਸੀ ਮੈਟਰ ਦੀ ਆ। ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਆ ਉਹਦੇ ਤੇ ਕੀ ਹੋਇਆ? ਜਿਹੜਾ 31,000 ਕਰੋੜ ਰੁਪਏ ਦਾ ਤੁਸੀਂ ਕਹਿੰਦੇ ਸੀਗੇ ਵੀ ਹਾਂ ਵੀ ਫੂਡ ਸਕੈਮ ਹੋਇਆ, ਉਹਦਾ ਕੀ ਹੋਇਆ? ਡਰੱਗਸ ਦਾ ਕੀ ਹੋਇਆ? ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦੇ ਜਿਹੜੇ ਮੁਕੱਦਮੇ ਦਰਜ ਹੋਏ ਉਹਨਾਂ ਦਾ ਕੀ ਆਊਟਕਮ ਹੋਇਆ? ਆ ਜਿਹੜੇ ਸਾਡੇ ਇਸ਼ੂ ਆ, ਜਿਹੜੇ ਉਦੋਂ ਜਿਹੜੇ ਹੈਗੇ ਆ ਇਹ ਜਿਹੜੇ ਇਲੈਕਸ਼ਨ ਇਸ਼ੂ ਵੀ ਸੀਗੇ, ਉਹਦੇ ਵਿੱਚ ਕੋਈ ਬਹੁਤੀ ਪ੍ਰੋਗਰੈਸ ਨਹੀਂ ਹੋਈ। ਰਿਐਲਿਟੀ ਇਹ ਹੈਗੀ ਆ। ਔਰੰਗਜ਼ੇਬ ਵੀ ਨਹੀਂ ਰਿਹਾ, ਕਿਸੇ ਨੇ ਨਹੀਂ ਰਹਿਣਾ। ਕੋਈ ਇੱਕ ਵਾਰੀ ਐਮਐਲਏ, ਕੋਈ 2 ਵਾਰੀ ਐਮਐਲਏ, ਕੋਈ ਮਿਨਿਸਟਰ, ਕੋਈ ਕੁਛ, ਔਰ ਸਮਾਂ ਲੰਘ ਜਾਣਾ, ਲੇਕਿਨ ਪੰਜਾਬ ਨੇ ਤਾਂ ਇੱਥੇ ਰਹਿਣਾ। ਸਾਨੂੰ ਪੰਜਾਬ ਲਈ, ਪੰਜਾਬ ਦੀ ਬਿਹਤਰੀ ਲਈ ਤੇ ਪੰਜਾਬ ਦੇ ਵੱਲ ਖੜਾ ਹੋਣ ਦੀ ਜ਼ਰੂਰਤ ਹੈ। ਵਿਸ਼ਵ ਦੇ ਵਿੱਚ ਕਰੋਨਾ ਦੀ ਚਿੰਤਾ ਤੇ ਚਰਚਾ ਹੈ, ਪਰ ਜਦੋਂ ਅਸੀਂ ਗੱਲ ਪੰਜਾਬ ਦੀ ਕਰਦੇ ਹਾਂ ਤੇ ਇੱਥੇ ਕਰੋਨਾ ਦੇ ਨਾਲ ਕੈਪਟਨ, ਕਰਨ ਅਵਤਾਰ, ਕਰਪਸ਼ਨ, ਸ਼ਰਾਬ ਤੇ ਹੋਰ ਪਤਾ ਨਹੀਂ ਕਾਦੀ ਚਰਚਾ ਸਿਖਰਾਂ ਤੇ ਜਾਂਦੀ ਪਈ ਹੈ। ਕਿਉਂ ਪੰਜਾਬ ਦੇ ਵਿੱਚ ਇਸ ਮੂਲ ਮੁੱਦੇ ਤੇ ਧਿਆਨ ਦੇਣ ਦੀ ਬਜਾਏ ਸਰਕਾਰ ਆਪਸ ਦੇ ਵਿੱਚ ਜਾਂ ਫਿਰ ਅਫਸਰਸ਼ਾਹੀ ਦੇ ਨਾਲ ਉਲਝੀ ਨਜ਼ਰ ਆ ਰਹੀ ਹੈ? ਇਹਦੇ ਬਾਬਤ ਗੱਲਬਾਤ ਕਰਾਂਗੇ ਹਮੇਸ਼ਾ ਬੇਬਾਕ ਟਿੱਪਣੀ ਕਰਨ ਵਾਲੇ ਵਿਧਾਇਕ ਪ੍ਰਗਟ ਸਿੰਘ ਹੋਰਾਂ ਨਾਲ। ਪ੍ਰਗਟ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਟੀਵੀ ਪੰਜਾਬ ਦੇ। ਥੈਂਕ ਯੂ ਜੀ। ਪ੍ਰਗਟ ਸਿੰਘ ਜੀ, ਜਿਹੜੀਆਂ ਪ੍ਰਸਥਿਤੀਆਂ ਬਣੀਆਂ, ਚਾਹੀਦਾ ਤਾਂ ਇਹ ਸੀਗਾ ਕਿ ਜਿਸ ਤਰੀਕੇ ਨਾਲ 2017 'ਚ ਮੈਂਡੇਟ ਦਿੱਤਾ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸਰਕਾਰ ਬਣਾਉਣ ਦੇ ਲਈ, ਕਿ ਮੁਸ਼ਕਲ ਦੀ ਘੜੀ ਦੇ ਵਿੱਚ ਕੈਪਟਨ ਸਰਕਾਰ ਲੋਕਾਂ ਦੇ ਨਾਲ ਖੜਦੀ ਵੀ ਤੇ ਲੋਕਾਂ ਲਈ ਕੰਮ ਵੀ ਕਰਦੀ, ਪਰ ਲੋਕਾਂ ਨਾਲ ਖੜਨ ਦੀ ਬਜਾਏ ਆਪਸ ਦੇ ਵਿੱਚ ਲੜਦੀ ਨਜ਼ਰ ਆ ਰਹੀ ਹੈ ਸਰਕਾਰ। ਜਦੋਂ ਅਸੀਂ ਦੇਖਦੇ ਹਾਂ ਕਰਨ ਅਵਤਾਰ ਸਿੰਘ ਦਾ ਮੁੱਦਾ ਉਛਲਦਾ ਆ, ਜਦੋਂ ਅਸੀਂ ਦੇਖਦੇ ਹਾਂ ਮੰਤਰੀ ਇੱਕ ਦੂਜੇ ਨੂੰ ਧਮਕਾਉਣ ਦੇ ਵਿੱਚ, ਸਮਝਾਉਣ ਦੇ ਵਿੱਚ ਲੱਗੇ ਹੋਏ ਆ। ਦੇਖੋ, ਗੱਲ ਬੜੀ ਸਿੱਧੀ ਆ। ਗਵਰਨਮੈਂਟ ਆਫ ਇੰਡੀਆ ਨੇ ਹੁਣ ਇੱਕ ਪੈਕੇਜ ਅਨਾਉਂਸ ਕੀਤਾ। ਸਾਡੀ ਐਗਰੇਰੀਅਨ ਸਟੇਟ ਹੈ ਜੀ, ਤੇ ਐਗਰੇਰੀਅਨ ਸਟੇਟ ਲਈ ਮੈਨੂੰ ਲੱਗਦਾ ਵੀ ਉਹਦੇ ਵਿੱਚ 1 ਰੁਪਈਆ ਵੀ ਨਹੀਂ ਹੈ। ਔਰ ਗਵਰਨਮੈਂਟ ਆਫ ਇੰਡੀਆ ਦੀ ਇਹ ਮਨਸ਼ਾ ਹੈਗੀ ਆ ਹਰ ਚੀਜ਼ ਨੂੰ ਸੈਂਟਰਲਾਈਜੇਸ਼ਨ ਕਰਨ ਦੀ। ਔਰ ਪਿੱਛੇ ਜੇ ਮੈਂ 1-2 ਚਿੱਠੀਆਂ ਵੀ ਜਿਹੜੀਆਂ ਲਿਖੀਆਂ ਸੀ, ਇੱਕ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਕਿਤਾਬ ਭੇਜੀ ਸੀ, ਮੀ ਕਾਂਫ, ਜਿਹੜੀ ਹਿਟਲਰ ਦੀ ਬਾਇਓਗ੍ਰਾਫੀ, ਕਿ ਇਹ ਜਿਹੜੀ ਗਵਰਨਮੈਂਟ ਆਫ ਇੰਡੀਆ ਆ ਉਸ ਤਰ੍ਹਾਂ ਕੰਮ ਕਰਦੀ ਆ। ਇਹ ਬਦਕਿਸਮਤੀ ਆ, ਭੇਜੀ ਸੁਖਬੀਰ ਸਿੰਘ ਬਾਦਲ ਨੂੰ ਸੀ ਜਿਹੜੇ ਉਹਨਾਂ ਦੇ ਭਾਈਵਾਲ ਆ। ਲੇਕਿਨ ਅੱਜ ਵੀ ਕਿਉਂਕਿ ਜਿਹੜੇ ਕੱਲ੍ਹ ਦੇ ਐਡਮਿਨਿਸਟ੍ਰੇਟਿਵ ਰਿਫਾਰਮਸ ਦੇ ਨਾਂ 'ਤੇ ਜਿਹੜੀਆਂ ਚੇਂਜਸ ਲਿਆਂਦੀਆਂ ਹੈਗੀਆਂ, ਉਹ ਸਾਰੀ ਪਾਵਰ ਨੂੰ ਸੈਂਟਰਲਾਈਜ਼ ਕਰਨ ਵਾਲੀਆਂ ਪਾਲਿਸੀ ਮੈਟਰ 'ਤੇ ਆ। ਔਰ ਇਹੋ ਜਿਹੇ ਸਮੇਂ ਦੇ ਵਿੱਚ, ਕਿਉਂਕਿ ਸਾਨੂੰ ਪਤਾ ਉੱਥੋਂ ਸਾਡਾ ਹਜੇ ਕਿਉਂਕਿ GST ਦਾ 4,500 ਕਰੋੜ ਵੀ ਨਹੀਂ ਆਇਆ, ਤੇ ਇਸ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਸੁਹਿਰਦਤਾ ਦੇ ਨਾਲ ਜਿਹੜਾ ਆਪਣੇ ਰਿਸੋਰਸਿਸ ਹੈਗੇ ਆ ਉਹਨੂੰ ਕਿੱਦਾਂ ਬੈਸਟ ਕਰਕੇ ਵੀ ਤਾਂ ਕਿ ਪੰਜਾਬ ਲਈ, ਅਸੀਂ ਪੰਜਾਬ ਦੇ ਖਜ਼ਾਨੇ ਲਈ ਪੈਸੇ ਇਕੱਠੇ ਕਰ ਲਈਏ। ਕਿਉਂਕਿ ਉਹਦੇ ਵਿੱਚ ਸਾਡੇ ਕੋਲ 2 ਸੋਰਸਿਸ ਹੈਗੇ ਆ, ਇੱਕ ਐਕਸਾਈਜ਼ ਆ ਤੇ ਇੱਕ ਮਾਈਨਿੰਗ ਆ। ਔਰ ਬਦਕਿਸਮਤੀ ਇਹ ਆ ਕਿ ਦੇਖੋ, ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਨੇ ਕਹੀ ਸੀ ਕਿ ਹਾਂ ਵੀ ਆਪਾਂ ਇਹਦੀ ਕਾਰਪੋਰੇਸ਼ਨ ਬਣਾ ਲਈਏ, ਉਹਦੇ ਕਾਗਜ਼ ਮੈਂ ਮੰਗਵਾਏ ਸੀ ਜੀ। ਔਰ ਉਹਦੇ ਵਿੱਚ ਜਦੋਂ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ, ਮੈਂ ਨਵਜੋਤ ਨੂੰ ਪੁੱਛਿਆ ਵੀ ਕੀ ਹੋਇਆ? ਕਹਿੰਦੇ ਵੀ ਹੁਣ ਤਾਂ ਸਮਾਂ ਥੋੜ੍ਹਾ ਆ, ਵੀ ਇਹ ਅਗਲੇ ਸਾਲ ਜਿਹੜਾ ਆ, ਕਿਉਂਕਿ ਇਮੀਡੀਏਟਲੀ ਸਰਕਾਰ ਨੇ ਸਹੁੰ ਚੁੱਕੀ ਸੀ ਵੀ ਇੰਨੀ ਜਲਦੀ ਬਣ ਨਹੀਂ ਸਕਦੀ। ਲੇਕਿਨ ਅੱਜ 3 ਸਾਲ ਬੀਤਣ ਤੋਂ ਬਾਅਦ ਵੀ ਜਿਹੜੀ ਉਹ ਕਾਰਪੋਰੇਸ਼ਨ ਨਹੀਂ ਬਣੀ। ਔਰ ਉਹਦੇ ਵਿੱਚ ਆਰਾਮ ਨਾਲ 10,000 ਕਰੋੜ ਰੁਪਈਆ, ਜਿਹੜਾ ਹੁਣ ਕਿ ਅਸੀਂ 5, 4.5, 5 ਦੇ ਵਿਚਾਲੇ ਜੇ ਘੁੰਮਦੇ ਹਾਂ, ਸਾਨੂੰ ਰੋਕਦਾ ਕੌਣ ਆ? ਸਾਨੂੰ ਕੌਣ ਇਹਨਾਂ ਚੀਜ਼ਾਂ ਲਈ ਰੋਕਦਾ ਹੈਗਾ? ਔਰ ਇਹ ਬਦਕਿਸਮਤੀ ਆ ਕਿ ਜਿਹੜੇ ਇਹੋ ਜਿਹੇ ਵਿਵਾਦ ਪੈਦਾ ਹੋਣੇ, ਚਾਹੇ ਦੇਖੋ ਅਲਟੀਮੇਟਲੀ ਰਾਜ ਤਾਂ ਕੈਪਟਨ ਅਮਰਿੰਦਰ ਸਿੰਘ ਦਾ, ਜਿਹੜਾ ਬੇਸਿਕਲੀ ਬਿਊਰੋਕਰੈਟ ਆ, ਉਹ ਦੇਖਦਾ, ਕਿਉਂਕਿ ਉਹ ਇੰਟੈਲੀਜੈਂਟ ਹੈਗਾ, ਤੁਹਾਨੂੰ ਅਸੈਸ ਕਰਦਾ, ਅਸੈਸ ਕਰਕੇ ਜਿਹੜੇ ਚਸ਼ਮਾ ਤੁਸੀਂ ਪਾਉਣਾ ਚਾਹੁੰਦੇ ਉਹ ਤੁਹਾਨੂੰ ਪਵਾ ਦਿੰਦਾ ਜੀ। ਇਹ ਤਾਂ ਤੁਹਾਡੇ 'ਤੇ ਡਿਪੈਂਡ ਕਰਦਾ, ਕਿਉਂਕਿ ਤੁਹਾਡਾ ਇੰਟੈਲੀਜੈਂਸੀਆ ਕੀ ਆ, ਤੁਹਾਡੀ ਮੈਂਡੇਟ ਕੀ ਹੈਗੀ ਆ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਸੋ ਇਸ ਕਰਕੇ ਇਹ ਵਿਵਾਦ ਜਿਹੜੇ ਆ ਇਹ ਮਾੜੇ ਹੈਗੇ ਆ, ਕਿਉਂਕਿ ਅਲਟੀਮੇਟਲੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ। ਭਾਵੇਂ ਤੁਸੀਂ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ, ਪਰ ਕੈਪਟਨ ਸਰਕਾਰ ਦੇ ਵਿੱਚ ਜੇ ਇਤਫਾਕ ਹੋਵੇ ਤੇ ਮੇਰੇ ਖਿਆਲ ਨਾਲ ਅਫਸਰਸ਼ਾਹੀ ਦੀ ਕੀ ਮਜ਼ਾਲ ਆ ਕਿ ਇੱਥੋਂ ਤੱਕ ਮੰਤਰੀ ਮੰਡਲ ਦੇ ਵਿੱਚ ਮੰਤਰੀਆਂ ਦੇ ਨਾਲ ਇੱਦਾਂ ਬਹਿਸ ਮੁਸਾਬਾ ਵੀ ਕਰ ਜਾਵੇ। ਜੇ
ਅਫਸਰਸ਼ਾਹੀ ਨੇ ਵੀ ਸਲਾਹ ਠੀਕ ਦਿੱਤੀ ਹੈ ਤੇ ਮੰਤਰੀ ਮੰਡਲ ਜਿਹੜਾ ਆ ਜਾਂ ਮੰਤਰੀ ਜਿਹੜੇ ਆ ਉਹ ਆਪਣੀ ਈਗੋ ਤੇ ਗੱਲ ਕਾਹਤੋਂ ਲੈ ਕੇ ਬਹਿ ਜਾਂਦੇ। ਲੱਗਦਾ ਕਿ ਕਿਤੇ ਨਾ ਕਿਤੇ ਨੀਅਤ ਦੇ ਵਿੱਚ ਖੋਟ ਹੈਗੀ ਆ ਕਿਸੇ ਨਾ ਕਿਸੇ ਪਾਸਿਓਂ, ਤਾਂ ਕਰਕੇ ਸਾਰਾ ਕੁਝ ਹੋ ਰਿਹਾ। ਦੇਖੋ ਗੱਲ ਬੜੀ ਸਾਫ਼ ਆ, ਕਿਉਂਕਿ ਮੰਤਰੀ ਕਈ ਵਾਰੀ ਬਾਹਰ ਆਣ ਕੇ ਗੱਲ ਕਰਦੇ ਆ, ਲੇਕਿਨ ਅਲਟੀਮੇਟਲੀ ਤਾਂ ਜਿਹੜੀ ਪਾਲਿਸੀ ਮੈਟਰ ਤੇ ਡਿਸੀਜਨ ਹੋ ਜਾਂਦਾ, ਇਹਦਾ ਮਤਲਬ ਡਿਸੀਜਨ ਤਾਂ ਅੰਦਰ ਉਹੀ ਹੋਇਆ। ਤੁਸੀਂ ਉਹਦੇ ਤੇ ਆਪਣਾ ਰਿਐਕਸ਼ਨ ਕੀ ਦਿੱਤਾ, ਕੀ ਆਪਣੀ ਇਨਪੁਟ ਦਿੱਤੀ ਹੈਗੀ ਆ, ਕੀ ਤੁਹਾਡਾ ਇੰਟੈਲੀਜੈਂਸੀਆ ਕਹਿੰਦਾ ਹੈਗਾ, ਕਿਉਂਕਿ ਸਾਡੇ ਮਸਲੇ ਉੱਥੇ ਦੇ ਉੱਥੇ ਹੀ ਖੜੇ ਆ। ਲੇਕਿਨ ਸਾਨੂੰ ਇੰਡੀਵਿਜੂਅਲ ਜਿਹੜੀ ਆ ਈਗੋ ਨੂੰ ਛੱਡ ਕੇ, ਕਿਉਂਕਿ ਕੋਈ ਮਿਨਿਸਟਰ ਹੋਵੇ, ਕੋਈ ਐਮਐਲਏ ਹੋਵੇ, ਅਲਟੀਮੇਟਲੀ ਤੋਂ ਐਮਐਲਏ ਹੈਗੇ ਆ, ਲੋਕਾਂ ਦੇ ਰਿਪਰੈਜ਼ੈਂਟੇਟਿਵ ਹੈਗੇ ਆ, ਤੇ ਲੋਕਾਂ ਨੂੰ ਜਵਾਬਦੇਹ ਵੀ ਉਹੋ ਹੀ ਆ, ਕਿਉਂਕਿ ਬਿਊਰੋਕਰੈਟ ਜਵਾਬਦੇਹ ਨਹੀਂ ਹੈਗਾ। ਜਵਾਬਦੇਹ ਤਾਂ ਲੋਕਾਂ ਨੂੰ ਬੇਸਿਕਲੀ ਪੋਲੀਟੀਸ਼ੀਅਨ ਹੀ ਹੈਗਾ, ਔਰ ਉਹਦੇ ਤੇ ਸਾਨੂੰ ਜਿਸ ਲਾਈਨ ਤੇ ਅਸੀਂ ਖੜੇ ਆ ਉਸ ਲਾਈਨ ਤੋਂ ਅੱਗੇ ਵਧਣ ਦੀ ਜ਼ਰੂਰਤ ਹੈ, ਜਿੰਨੇ ਐਮਐਲਏਜ਼ ਵੀ ਹੈਗੇ ਆ, ਕਿਉਂਕਿ ਅਲਟੀਮੇਟਲੀ ਸਮਾਂ ਕਿਸੇ ਦਾ ਵੇਟ ਨਹੀਂ ਕਰਦਾ ਔਰ ਸਮਾਂ ਬੜਾ ਬਲਵਾਨ ਹੁੰਦਾ। ਕਿਉਂਕਿ ਮੈਂ ਇਸ ਕਰਕੇ ਕਹਿੰਦਾ ਕਿ ਆਉਣ ਵਾਲਾ ਸਮਾਂ ਜਿਹੜਾ ਆ, ਮੈਂ ਕਹਿੰਦਾ ਇਲੈਕਸ਼ਨ ਦੀ ਗੱਲ ਨਾ ਵੀ ਕਰੀਏ, ਪਿਛਲੇ 10 ਸਾਲ ਅਕਾਲੀ ਦਲ ਦੇ ਉਹ ਅਸੀਂ ਰਲ ਨਹੀਂ ਸਕਦੇ, ਹੁਣ ਸਾਡੇ 3 ਸਾਲ, ਕਿਉਂਕਿ ਜਿਹੜਾ ਸਮਾਂ ਲੰਘ ਗਿਆ ਉਹਦੇ ਨਾਲ ਰਲਿਆ ਨਹੀਂ ਜਾ ਸਕਦਾ। ਲੋਕੀ ਕਿਤੇ ਦੀ ਕਿਤੇ ਚਲੇ ਜਾਂਦੇ ਆ। ਸਾਨੂੰ ਵਿਜ਼ੂਅਲਾਈਜ਼ ਕਰਨਾ ਚਾਹੀਦਾ, ਸਾਨੂੰ ਬੈਸਟ ਰਿਸੋਰਸਿਸ ਯੂਜ਼ ਕਰਨੇ ਚਾਹੀਦੇ ਆ, ਬੈਸਟ ਮਾਈਂਡ ਯੂਜ਼ ਕਰਨੇ ਚਾਹੀਦੇ ਆ, ਤਾਂ ਕਿ ਅਸੀਂ ਸੂਬੇ ਲਈ ਜਿਹੜਾ ਆ ਰਿਸੋਰਸਿਸ ਇਕੱਠੇ ਕਰਕੇ, ਜਿਹੜਾ ਸਾਡੇ ਤੇ ਆਲਰੇਡੀ ਆਲਮੋਸਟ 2.5 ਲੱਖ ਕਰੋੜ ਦਾ ਕਰਜ਼ਾ ਹੈਗਾ, ਤੇ ਗਾਂ ਸਾਨੂੰ ਮੈਨੂੰ ਲੱਗਦਾ ਵੀ ਜਿਹੜੀ ਆ ਈਵਨ ਕਿ ਤਨਖਾਹਾਂ ਦੇਣ ਜੋਗੇ ਪੈਸੇ ਵੀ ਕਿਤੇ ਨਾ ਕਿਤੇ ਇੱਧਰੋਂ ਉੱਧਰੋਂ ਕਰਨੇ ਪੈਣਗੇ, ਤੇ ਉਹਦੇ ਲਈ ਸਾਨੂੰ ਸੁਹਿਰਦ ਹੋਣ ਦੀ ਜ਼ਰੂਰਤ ਹੈ, ਔਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੁਹਿਰਦ ਹੋਣ ਦੀ ਜ਼ਰੂਰਤ ਹੈ। ਜਦੋਂ ਸੁਹਿਰਦਤਾ ਦੀ ਗੱਲ ਕਰਦੇ ਹੋ ਨਾ, ਤੇ ਘਰ ਦਾ ਮੋਹਤਬਾਰ ਬੰਦਾ ਜਿਹੜਾ ਆ ਉਹ ਸਿਆਣਾ ਹੋਵੇ, ਸੁਹਿਰਦ ਹੋਵੇ ਨਾ, ਤੇ ਕਿਤੇ ਘਰ ਦੇ ਵਿੱਚ ਇਦਾਂ ਦਾ ਮਾੜਾ ਮੋਟਾ ਇਖਤਲਾਫ ਹੋ ਵੀ ਜਾਂਦਾ ਤੇ ਦੋ ਧਿਰਾਂ ਨੂੰ ਬਿਠਾਉਂਦਾ ਆ, ਗੱਲਬਾਤ ਕਰਦਾ ਤੇ ਉਹਨਾਂ ਸਾਰੇ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਦੂਰ ਕਰ ਦਿੰਦਾ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਕਿਉਂ ਨਹੀਂ ਜਿਹੜੀਆਂ ਧਿਰਾਂ ਇੱਕ ਦੂਜੇ ਨਾਲ ਨਾਰਾਜ਼ ਨੇ ਉਹਨਾਂ ਨੂੰ ਬਿਠਾਉਂਦੇ, ਉਹਨਾਂ ਦੀ ਗੱਲਬਾਤ ਕਰਵਾਉਂਦੇ? ਇਹੀ ਹਾਲ ਜਿਹੜਾ ਹੈ ਜਦੋਂ ਪਟਿਆਲੇ 'ਚੋਂ 4 ਵਿਧਾਇਕਾਂ ਨੇ ਆਵਾਜ਼ ਚੁੱਕੀ ਸੀ ਉਦੋਂ ਨਜ਼ਰ ਆਇਆ ਸੀ, ਕੈਪਟਨ ਸਾਹਿਬ ਨੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ। ਇਹੀ ਹਾਲ ਹੁਣ ਇੱਥੇ ਵੀ ਨਜ਼ਰ ਆ ਰਿਹਾ ਕਿ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਮੰਤਰੀ ਮੰਡਲ ਦੀ ਇੱਕ ਬੈਠਕ ਬੁਲਾਈ ਜਾਵੇ, ਵਿਧਾਇਕਾਂ ਦੀ ਇੱਕ ਬੈਠਕ ਬੁਲਾਈ ਜਾਵੇ, ਤਾਂ ਕਿ ਇੱਦਾਂ ਦੇ ਮਸਲੇ ਜਿਹੜੇ ਵਿਚਾਰੀਏ ਤੇ ਉਹਨਾਂ ਦੇ ਹੱਲ ਕੱਢੀਏ। ਕੈਪਟਨ ਸਾਹਿਬ ਕਿਉਂ ਨਹੀਂ ਇਸ ਪਾਸੇ ਕਦਮ ਜਿਹੜਾ ਉਹ ਚੁੱਕਦੇ? ਦੇਖੋ, ਚੱਕਣਾ ਚਾਹੀਦਾ ਹੈਗਾ, ਸਾਨੂੰ ਸੀਐਲਪੀ ਦੀ ਮੀਟਿੰਗ ਸੱਦਣੀ ਚਾਹੀਦੀ ਆ, ਲੇਕਿਨ ਸਾਨੂੰ ਇਸ਼ੂ ਵੀ ਡਿਸਕਸ ਕਰਨੇ ਚਾਹੀਦੇ ਆ। ਕੀ ਪ੍ਰੋਬਲਮ ਹੈ, ਕਿੱਥੇ ਖੜੀ ਆ ਗੱਲ? ਕਿਉਂਕਿ ਜੇ ਬੇਸਿਕਲੀ ਹੁੰਦਾ ਕੀ ਆ, ਸਾਨੂੰ ਪੱਤਰਕਾਰ ਪੁੱਛਦੇ ਆ, ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਆ, ਸਾਨੂੰ ਜਦੋਂ ਪੁੱਛਦੇ ਆ ਤੇ ਸਾਡੇ ਕੋਲ ਆਨਸਰ ਨਹੀਂ ਹੁੰਦਾ ਵੀ ਯਾਰ ਜਿਹੜਾ ਪਾਵਰ ਪਰਚੇਜ਼ ਐਗਰੀਮੈਂਟ ਆ ਉਹਦੇ ਤੇ ਕੀ ਹੋਇਆ, ਜਿਹੜਾ 31,000 ਕਰੋੜ ਰੁਪਏ ਦਾ ਤੁਸੀਂ ਕਹਿੰਦੇ ਸੀਗੇ ਵੀ ਹਾਂ ਵੀ ਫੂਡ ਸਕੈਮ ਹੋਇਆ, ਉਹਦਾ ਕੀ ਹੋਇਆ, ਡਰੱਗਸ ਦਾ ਕੀ ਹੋਇਆ, ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਦੇ ਜਿਹੜੇ ਮੁਕੱਦਮੇ ਦਰਜ ਹੋਏ ਉਹਨਾਂ ਦਾ ਕੀ ਆਊਟਕਮ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਬੇਸਿਕਲੀ, ਅਸੀਂ ਦੇਖੋ ਹੁਣ ਸਮਾਂ ਕੀ ਆ, ਹੁਣ ਇਹ ਜਿਹੜਾ ਕੋਵਿਡ-19 ਆ ਚੱਲਣਾ ਤਾਂ ਸਾਨੂੰ ਇਹਦੇ ਨਾਲ ਹੀ ਪਊਗਾ। ਅੱਛਾ, ਨਾਲ ਪਊਗਾ ਤਾਂ ਫਿਰ ਸਾਨੂੰ ਫਾਈਨੈਂਸਿਸ ਵੀ ਦੇਖਣੇ ਪੈਣਗੇ, ਕਿਉਂਕਿ ਸਰਕਾਰਾਂ ਨੂੰ ਚਲਾਉਣ ਲਈ ਸਿਸਟਮ ਦੀ ਤਾਂ ਜ਼ਰੂਰਤ ਹੈਗੀ ਆ, ਤੇ ਸਾਨੂੰ ਉਸ ਸਿਸਟਮ ਨੂੰ ਸੁਹਿਰਦਤਾ ਨਾਲ ਲੈਣਾ ਪਊਗਾ, ਤੇ ਜੇ ਅਸੀਂ ਨਹੀਂ ਲਵਾਂਗੇ ਤੇ ਅਸੀਂ ਬਹੁਤ ਪਿਛੜ ਜਾਵਾਂਗੇ। ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਕਿ ਆਹ ਸਵਾਲ ਸਾਨੂੰ ਪੱਤਰਕਾਰ ਪੁੱਛਦੇ, ਅਸੀਂ ਉਹਨਾਂ ਦੇ ਜਵਾਬ ਦੇਣੇ ਆ, ਤੇ ਇਹ ਸਵਾਲ ਤੁਹਾਡੇ ਮਨਾਂ ਦੇ ਅੰਦਰ ਵੀ ਹੈ। ਮੰਨ ਲਈਏ ਜੇ 3 ਸਾਲ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਕਾਂਗਰਸ ਦੇ ਮੁਖੀ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਇਸ ਸਰਕਾਰ ਦੇ ਲਈ ਉਹ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਪਾਏ ਜਾਂ ਜਵਾਬ ਤਿਆਰ ਨਹੀਂ ਕਰ ਪਾਏ, ਤੇ ਉਹ ਇਸ ਵਾਰ ਜਿਹੜੀ ਆ ਉਹਨਾਂ ਦੀ ਅਗਵਾਈ ਫੇਲ ਸਾਬਤ ਹੋ ਰਹੀ ਹੈ। ਦੇਖੋ ਪੁਰਾਣਾ ਜਿਹੜਾ ਰਿਕਾਰਡ ਹੈਗਾ, ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਹੈਗੇ ਆ ਉਹ ਵਿਜ਼ਨਰੀ ਲੀਡਰ ਹੈ, ਲੇਕਿਨ 2017 ਦੇ ਜਿਹੜੇ ਮੈਂਡੇਟ ਸੀ ਉਹਨਾਂ ਦੇ ਨਾਂ ਨੂੰ ਹੀ ਕਾਫੀ ਹੱਦ ਤੱਕ ਮੈਂਡੇਟ ਮਿਲਿਆ। ਲੇਕਿਨ ਆਹ ਜਿਹੜੇ ਸਾਡੇ ਇਸ਼ੂ ਆ, ਜਿਹੜੇ ਉਦੋਂ ਜਿਹੜੇ ਹੈਗੇ ਆ ਇਹ ਜਿਹੜੇ ਇਲੈਕਸ਼ਨ ਇਸ਼ੂ ਵੀ ਸੀਗੇ, ਉਹਦੇ ਵਿੱਚ ਕੋਈ ਬਹੁਤੀ ਪ੍ਰੋਗਰੈਸ ਨਹੀਂ ਹੋਈ। ਰਿਐਲਿਟੀ ਇਹ ਹੈਗੀ ਆ, ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੁਹਿਰਦਤਾ ਦੇ ਨਾਲ ਪੁੱਛਣਾ ਚਾਹੀਦਾ ਵੀ ਆਪਾਂ ਇਹਦੇ ਤੇ ਕਿੱਥੇ ਕੁ ਤੱਕ ਪਹੁੰਚੇ ਆ, ਸਾਨੂੰ ਕਿੱਥੇ ਤੱਕ ਜਾਣ ਦੀ ਜ਼ਰੂਰਤ ਹੈਗੀ ਆ, ਜੇ ਇਹਦੇ ਵਿੱਚ ਸਮੱਸਿਆ ਤਾਂ ਕਿੱਥੇ ਹੈਗੀ ਆ। ਲੇਕਿਨ ਜਿਹੜੇ ਸਾਡੇ ਮੈਂ ਇਸ ਕਰਕੇ ਕਹਿਣਾ ਵੀ ਸਾਡੇ ਮੰਤਰੀਆਂ ਨੂੰ ਆਪਸ ਵਿੱਚ ਨਹੀਂ ਉਲਝਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਸਮਾਂ ਜਿਹੜਾ ਆ ਉਹ ਕਿਸੇ ਦੀ ਵੇਟ ਨਹੀਂ ਕਰਦਾ।
ਐਮਐਲਏ ਸਾਡੇ ਜਿਹੜੇ ਆ ਉਹ ਵੀ ਸਟੇਕ ਹੋਲਡਰ ਆ, ਕਿਉਂਕਿ ਐਮਐਲਏਸ ਦੇ ਵਿੱਚੋਂ ਕੋਈ ਮਿਨਿਸਟਰ ਬਣ ਜਾਂਦਾ, ਕੋਈ ਕੁਛ ਬਣ ਜਾਂਦਾ, ਕੋਈ ਕੁਛ ਬਣ ਜਾਂਦਾ, ਲੇਕਿਨ ਅਲਟੀਮੇਟਲੀ ਵੀ ਆਰ ਦਾ ਪਬਲਿਕ ਰਿਪਰੈਜ਼ੈਂਟੇਟਿਵ। ਨਹੀਂ, ਪਰ ਇੱਕ ਚੀਜ਼ ਇਹ ਵੀ ਹੈ ਨਾ, ਤੁਸੀਂ ਕਹਿੰਦੇ ਕਿ ਪੁੱਛਣਾ ਚਾਹੀਦਾ ਸਾਨੂੰ, ਪੁੱਛ ਰਹੇ ਹੋ, ਤੁਸੀਂ ਚਿੱਠੀ ਲਿਖਦੇ ਹੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਟਵੀਟ ਕਰਦੇ ਆ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ, ਉਧਰੋਂ ਰਿਸਪੌਂਸ ਕਿਉਂ ਨਹੀਂ ਆ ਰਿਹਾ? ਸਾਨੂੰ ਇਕੱਠੇ ਹੋ ਕੇ ਪੁੱਛਣਾ ਚਾਹੀਦਾ, ਇਕੱਠੇ ਹੋ ਕੇ ਪੁੱਛਣਾ ਚਾਹੀਦਾ। ਕੱਲੇ ਜਿਹੜਾ ਪੁੱਛਣ ਦਾ ਕੋਈ ਬਹੁਤਾ ਮਹਿਨਾ ਨਹੀਂ, ਕਿਉਂਕਿ ਸਾਨੂੰ ਵੀ ਪਤਾ, ਉਹਨਾਂ ਨੂੰ ਵੀ ਪਤਾ ਵੀ 80 ਐਮਐਲਏ ਆ, ਜੇ ਇੱਕ ਦੋ ਬੋਲੀ ਵੀ ਜਾਣਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਠੀਕ ਹੈ ਨਾ। ਲੇਕਿਨ ਐਟ ਦਾ ਸੇਮ ਟਾਈਮ ਸਾਨੂੰ ਕੋਲੈਕਟਿਵਲੀ, ਸਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਕਹਿਣ ਦੀ ਜ਼ਰੂਰਤ ਆ ਵੀ ਦਿਸ ਇਜ਼ ਵਾਟ ਇਟ ਇਜ਼ ਹੈਪਨਿੰਗ, ਅਤੇ ਸਾਨੂੰ ਆਹ ਕਰਨ ਦੀ ਜ਼ਰੂਰਤ ਆ ਵੀ ਇਹਦੇ ਵਿੱਚ ਰੋੜਾ ਕੌਣ ਹੈ ਇਹਦੇ ਵਿੱਚ। ਕਿਉਂਕਿ ਮੰਤਰੀ ਵੀ ਕਈ ਵਾਰੀ ਬਾਹਰ ਆਣ ਕੇ ਕਹਿੰਦੇ ਆ ਵੀ ਜੀ ਅਸੀਂ ਅੰਦਰ ਆ ਕਿਹਾ, ਅਸੀਂ ਅੰਦਰ ਆ ਕਿਹਾ, ਲੇਕਿਨ ਜਦੋਂ ਉਹਦੇ ਰਿਜ਼ਲਟ ਆਉਂਦੇ ਆ, ਜਦੋਂ ਉਹਦੀ ਬੇਸਿਕਲੀ ਪ੍ਰੋਸੀਡਿੰਗ ਦੇਖੀ ਦੀਆਂ ਜਾਂ ਦੂਸਰੇ ਦਿਨ ਖਬਰ ਦੇਖੀ ਦੀ, ਤਾਂ ਉਹ ਦੂਸਰੇ ਪਾਸੇ ਨੂੰ ਹੁੰਦਾ ਜੀ। ਸੋ ਉਹ ਕੌਣ ਕਰ ਜਾਂਦਾ? ਤੁਸੀਂ ਕਹਿੰਦੇ ਇਕੱਠੇ ਹੋਣਾ ਆ, ਤੁਸੀਂ ਆਵਾਜ਼ ਬੁਲੰਦ ਕਰਨੀ ਹੈ, ਤੇ ਫਿਰ ਕੋਈ ਨਾ ਕੋਈ ਅਗਵਾਈ ਕਰਨ ਵਾਲਾ ਵੀ ਚਾਹੀਦਾ ਉਹਨਾਂ ਇਕੱਠੇ ਲੋਕਾਂ ਦੇ ਵਿੱਚ, ਜਿਹੜੀ ਤੁਸੀਂ ਗੱਲ ਰੱਖਣੀ ਹੈ। ਕੁਝ ਇੱਦਾਂ ਦੀ ਚਰਚਾ ਚੱਲਦੀ ਪਈ ਆ ਕਿ ਅਸੀਂ ਇਕੱਠੇ ਹੋ ਕੇ ਇਸ ਮੰਚ ਤੇ ਇਸ ਬੰਦੇ ਦੀ ਅਗਵਾਈ ਦੇ ਵਿੱਚ ਆਪਾਂ ਆਪਣਾ ਆਹ ਇਸ਼ੂ ਜਿਹੜਾ ਜਾਂ ਲੋਕਾਂ ਦਾ ਮੁੱਦਾ ਜਿਹੜਾ ਅਸੀਂ ਕੈਪਟਨ ਸਾਹਿਬ ਦੇ ਅੱਗੇ ਰੱਖਣਾ। ਦੇਖੋ ਅਲਟੀਮੇਟਲੀ ਤਾਂ ਜਦੋਂ ਉੱਥੇ ਗੱਲ ਜਾਊਗੀ ਤਾਂ ਗੱਲ ਕਈ ਚੀਜ਼ਾਂ ਸਾਫ਼ ਹੋ ਜਾਣਗੀਆਂ। ਸਾਨੂੰ ਬੇਸਿਕਲੀ ਦੇਖੋ, ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੋਵਾਂਗੇ, ਜਿੰਨਾ ਚਿਰ ਅਸੀਂ ਉਸ ਲਾਈਨ ਤੇ ਨਹੀਂ ਤੁਰਾਂਗੇ, ਤਾਂ ਅਲਟੀਮੇਟਲੀ ਤਾਂ ਲੀਡਰ ਤਾਂ ਸਾਡੇ ਕੈਪਟਨ ਅਮਰਿੰਦਰ ਸਿੰਘ ਆ ਜੀ। ਤੇ ਸਾਨੂੰ ਉਹ ਬੜੀ ਸੁਹਿਰਦਤਾ ਨਾਲ ਜਾ ਕੇ ਤੇ ਬੜੀ ਫਰਮਲੀ ਇਹ ਗੱਲ ਕਨਵੇ ਕਰਨ ਦੀ ਜ਼ਰੂਰਤ ਹੈ ਵੀ ਦਿਸ ਇਜ਼ ਵਾਟ ਇਟ ਇਜ਼ ਹੈਪਨਿੰਗ, ਐਂਡ ਜਦੋਂ ਇਕੱਠੇ ਹੋ ਕੇ ਜਾਵਾਂਗੇ ਤਾਂ ਉਹਦੇ ਰਿਜ਼ਲਟ ਹੋਰ ਨਿਕਲਣਗੇ। ਹੁਣ ਜਦੋਂ ਆ ਸਾਰਾ ਰੌਲਾ ਪਿਆ, ਸ਼ਰਾਬ ਨੂੰ ਲੈ ਕੇ ਰੌਲਾ ਪਿਆ, ਕਰਨ ਅਵਤਾਰ ਸਿੰਘ ਹੋਰਾਂ ਨੂੰ ਉਹਨਾਂ ਦੇ ਬੇਟੇ ਨੂੰ ਲੈ ਕੇ ਰੌਲਾ ਪਿਆ, ਤੇ ਵਿਰੋਧੀ ਧਿਰਾਂ ਨੇ ਕਿਹਾ ਕਿ ਇਹ ਹੋਰ ਕੋਈ ਚੱਕਰ ਨਹੀਂ ਹੈ, ਸਿਰਫ ਹਿੱਸੇਦਾਰੀਆਂ ਦਾ ਚੱਕਰ ਹੈ। ਜਦੋਂ ਮਾਲੀਏ ਦੀ ਗੱਲ ਚੱਲਦੀ ਆ, ਨਵਜੋਤ ਸਿੰਘ ਸਿੱਧੂ ਇੱਕ ਬਕਾਇਦਾ ਡਾਕੂਮੈਂਟ ਬਣਾ ਕੇ ਦਿੰਦੇ ਆ ਸਰਕਾਰ ਨੂੰ। ਤੁਸੀਂ ਕਹਿੰਦੇ ਕਿ ਉਸ ਡਾਕੂਮੈਂਟ ਦੇ ਕੁਝ ਕਾਗਜ਼ ਤੁਸੀਂ ਮੰਗਵਾਏ, ਤੁਸੀਂ ਸਲਾਹ ਮਸ਼ਵਰਾ ਕੀਤਾ ਸਿੱਧੂ ਨਾਲ, ਤੇ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਗਈ ਸ਼ਰਾਬ ਨੂੰ ਲੈ ਕੇ ਕਿ ਇਹਦੇ ਨਾਲ ਕਮਾਈ ਵੱਧ ਜਾਏਗੀ। ਹੁਣ ਉਹ ਸਾਰੀਆਂ ਚੀਜ਼ਾਂ ਜਦੋਂ ਦੇਖਦੇ ਆ, ਤੇ ਵਿਰੋਧੀ ਧਿਰਾਂ ਕਹਿੰਦੀਆਂ ਕਿ ਹਿੱਸੇਦਾਰੀ ਦਾ ਮਾਮਲਾ ਇਹ ਮੰਨ ਲਿਆ ਜਾਵੇ ਕਿ ਸਰਕਾਰ ਦੇ ਵਿੱਚ ਬੈਠੇ ਕਾਂਗਰਸ ਦੇ ਜਿਹੜੇ ਮੰਤਰੀ ਰਹਿ ਚੁੱਕੇ ਆ ਜਾਂ ਵਿਧਾਇਕ ਆ, ਉਹ ਕਹਿੰਦੇ ਕਿ ਆਹ ਚੀਜ਼ ਹੋਣੀ ਚਾਹੀਦੀ ਆ, ਤੇ ਸਰਕਾਰ ਨੇ ਉਹ ਚੀਜ਼ ਕੀਤੀ ਨਹੀਂ। ਮਾਲੀਆ ਵਧਾਉਣ ਨੂੰ ਸਰਕਾਰ ਆਪ ਹੀ ਹਾਲੇ ਜਿਹੜੀ ਆ ਉਹ ਰਾਜ਼ੀ ਨਹੀਂ ਹੈ ਪੰਜਾਬ ਦਾ। ਨਹੀਂ ਦੇਖੋ, ਗੱਲ ਮੈਂ ਤਾਂ ਬਾਰ-ਬਾਰ ਇਹ ਕਹਿਣਾ ਵੀ ਜਦੋਂ ਅਸੀਂ ਇਕੱਠੇ ਹੋ ਕੇ ਜਾਵਾਂਗੇ ਤਾਂ ਮੈਨੂੰ ਲੱਗਦਾ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ, ਕਿਉਂਕਿ ਦੇਖੋ ਜਿਹੜੀਆਂ ਬਲੈਕ ਸ਼ੀਪਸ ਹੈਗੀਆਂ ਉਹਨੂੰ ਵਿੱਚੋਂ ਨੰਗੇ ਕਰਨਾ ਚਾਹੀਦਾ ਵੀ ਕੌਣ ਕੀ ਕਰਦਾ ਹੈਗਾ। ਕਿਉਂਕਿ ਐਂਡ ਆਫ ਦਾ ਡੇ ਜੇ ਪੰਜਾਬ ਅੱਗੇ ਵਧੂਗਾ ਤੇ ਤਾਂ ਹੀ ਅਸੀਂ ਸਾਰੇ ਅੱਗੇ ਵਧਾਂਗੇ। ਕਿਉਂਕਿ ਪੈਸੇ ਕਿੰਨੇ ਕੁ ਚਾਹੀਦੇ ਆ, ਔਰੰਗਜ਼ੇਬ ਵੀ ਨਹੀਂ ਰਿਹਾ, ਕਿਸੇ ਨੇ ਨਹੀਂ ਰਹਿਣਾ, ਕੋਈ ਇੱਕ ਵਾਰੀ ਐਮਐਲਏ, ਕੋਈ ਦੋ ਵਾਰੀ ਐਮਐਲਏ, ਕੋਈ ਮਿਨਿਸਟਰ, ਕੋਈ ਕੁਛ, ਔਰ ਸਮਾਂ ਲੰਘ ਜਾਣਾ, ਲੇਕਿਨ ਪੰਜਾਬ ਨੇ ਤਾਂ ਇੱਥੇ ਰਹਿਣਾ। ਸਾਨੂੰ ਪੰਜਾਬ ਲਈ, ਪੰਜਾਬ ਦੀ ਬਿਹਤਰੀ ਲਈ ਤੇ ਪੰਜਾਬ ਦੇ ਵੱਲ ਖੜਾ ਹੋਣ ਦੀ ਜ਼ਰੂਰਤ ਹੈ। ਪੰਜਾਬ ਦੇ ਵੱਲ ਖੜਾ ਹੋਣਾ ਤੇ ਫਿਰ ਬੁਲੰਦ ਆਵਾਜ਼ ਵੀ ਚੁੱਕਣੀ ਪੈਣੀ ਆ। ਲੱਗਦਾ ਕਿ ਇਕੱਲੇ ਟਵੀਟ ਕਰਕੇ ਜਾਂ ਤੁਸੀਂ ਵੀ ਪ੍ਰੈਸ ਕਾਨਫਰੰਸ ਕਰਤੀ ਹੈ, ਤੇ ਇਸ ਪ੍ਰੈਸ ਕਾਨਫਰੰਸ ਨਾਲ ਜਾਂ ਸਿੱਧੂ ਸਾਹਿਬ YouTube ਆਪਣੇ ਚੈਨਲ ਦੇ ਉੱਤੇ ਕੋਈ ਵੀਡੀਓ ਪਾ ਦੇਣਗੇ ਤੇ ਉਹਦੇ ਨਾਲ ਗੱਲਾਂ ਸਾਰੀਆਂ ਹੋ ਜਾਣਗੀਆਂ, ਜਾਂ ਇਹਦੇ ਲਈ ਲੜਾਈ ਕਿਸੇ ਹੋਰ ਤਰੀਕੇ ਨਾਲ ਵੀ ਲੜਨੀ ਪੈਣੀ ਆ? ਸਾਨੂੰ ਹਰ ਤਰੀਕੇ ਨਾਲ ਹੀ ਕਹਿਣਾ ਚਾਹੀਦਾ। ਕਿਉਂ ਨਹੀਂ ਕਹਿਣਾ ਚਾਹੀਦਾ? ਕਿਉਂਕਿ ਅਲਟੀਮੇਟਲੀ ਕਨਵੇ ਕਰਨਾ ਹੁੰਦਾ। ਕਿਉਂਕਿ ਇਹ ਲੜਾਈ ਕੋਈ ਹੱਥੀਂ ਲੜਾਈ ਤਾਂ ਹੈ ਨਹੀਂ ਗੀ, ਇਹ ਤਾਂ ਲੌਜੀਕਲ ਲੜਾਈ ਹੈਗੀ ਆ, ਇੱਕ ਅਸੂਲਾਂ ਦੀ, ਸਿਸਟਮ ਦੀ ਲੜਾਈ ਹੈਗੀ। ਅਲਟੀਮੇਟਲੀ ਕਨਵੇ ਤਾਂ ਕਰਨੀ ਪਊਗੀ, ਤੇ ਕਨਵੇ ਕੀਤੀ ਵੀ ਆ ਤਾਂ ਕਨਵੇ ਕਰ ਵੀ ਰਹੇ ਆ। ਔਰ ਜਿਹੜੇ ਮੇਰੇ ਸਾਥੀ ਐਮਐਲਏ ਵੀ ਹੈਗੇ ਆ, ਮੈਂ ਤਾਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਵੀ ਯਾਰ ਲੈਟ ਅਸ ਸਿਟ ਟੂਗੈਦਰ। ਹਾਂ ਵੀ ਕਿੱਥੇ ਅਸੀਂ ਖੜੇ ਆ, ਸਾਡੀ ਸੋਚਣੀ ਕੀ ਹੈਗੀ ਆ, ਅਸੀਂ ਕਿੱਥੇ ਲੈ ਕੇ ਜਾਣਾ ਹੈਗਾ, ਅਦਰਵਾਈਜ਼ ਤਾਂ ਸਮਾਂ ਲੰਘ ਜਾਣਾ। ਸਮੱਸਿਆ ਪਤਾ ਕੀ ਹੈ, ਜਦੋਂ ਕੱਲਾ ਕੋਈ ਵਿਧਾਇਕ ਗੱਲ ਕਰਦਾ ਜਾਂ ਮੰਤਰੀ ਕੋਈ ਬੋਲਦਾ ਹੈ, ਬਗਾਵਤ ਥੋੜ੍ਹੀ ਜਿਹੀ ਕਰਦਾ ਆ, ਤੇ ਲੱਗਦਾ ਕਿ ਲੋਕਾਂ ਦੇ ਪੱਖ ਦੇ ਵਿੱਚ ਬੋਲਦਾ ਹੈ, ਪਰ ਉਸ ਤੋਂ ਥੋੜ੍ਹਾ ਜਿਹਾ ਸਮਾਂ ਨਿਕਲਦਾ ਹੈ। ਬਹੁਤੀ ਵਾਰੀ ਅਸੀਂ ਦੇਖਿਆ, ਚਾਹੇ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਜੇ ਕੋਈ ਇਦਾਂ ਦੀ ਸੱਚੀ ਗੱਲ ਕਰਦਾ ਨਜ਼ਰ ਵੀ ਆਉਂਦਾ, ਥੋੜ੍ਹੇ ਸਮੇਂ ਬਾਅਦ ਉਹਨੂੰ ਕੋਈ ਅਹੁਦਾ ਦੇ ਦਿੱਤਾ ਜਾਂਦਾ ਤੇ ਉਹ ਉਹਦਾ ਸੱਚ ਉੱਥੇ ਹੀ ਦੱਬਿਆ ਰਹਿ ਜਾਂਦਾ ਅਹੁਦੇ ਦੇ ਥੱਲੇ। ਹੁਣ ਇੱਥੇ ਵੀ ਕੁਝ ਇਹੋ ਜਿਹਾ ਹੀ ਚੱਕਰ ਚੱਲਦਾ ਪਿਆ, ਕਿਉਂਕਿ ਬਹੁਤ ਸਾਰੇ ਵਿਧਾਇਕ ਕਹਿੰਦੇ ਕਿ ਸਾਨੂੰ ਕੋਈ ਸਲਾਹਕਾਰ ਬਣਾ ਦਿਓ, ਕੋਈ ਇੱਧਰ ਕਰ ਦਿਓ, ਕੋਈ ਇੱਧਰ ਐਡਜਸਟ ਕਰ ਦਿਓ। ਕੁਝ ਇੱਦਾਂ ਦੀਆਂ ਚੀਜ਼ਾਂ ਹੀ ਬਾਕੀਆਂ ਦੇ ਵਿੱਚੋਂ ਬੋਲਦੀਆਂ ਪਈਆਂ ਨੇ, ਜਾਂ ਸੱਚੀਓ ਹੀ ਪੰਜਾਬ ਦੇ ਹਿੱਤ ਦੇ ਵਿੱਚ ਬੋਲ ਰਿਹਾ ਇਹ, ਸੱਚੀਓ ਪੰਜਾਬ ਦੀ ਫਿਕਰ ਕਰਕੇ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ? ਦੇਖੋ ਪ੍ਰਗਟ ਸਿੰਘ ਤਾਂ ਇੱਦਾਂ ਦੀ ਗੱਲ ਸੋਚਦਾ ਵੀ ਨਹੀਂ ਹੈਗਾ। ਕਿਉਂਕਿ ਜਦੋਂ ਹਿੰਦੁਸਤਾਨ ਦੀ ਕਪਤਾਨੀ ਕਰ ਲਈ, ਹੋਰ ਕੁਝ ਰਹਿ ਨਹੀਂ ਗਿਆ ਬਹੁਤਾ ਲੰਮਾ ਚੌੜਾ, ਔਰ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਹੈਗਾ। ਤੇ ਜੇ ਹਜੇ ਵੀ ਅਹੁਦਾ ਕੀ ਹੁੰਦਾ, ਅਹੁਦਾ ਤਾਂ ਬੰਦਿਆਂ ਨਾਲ ਹੁੰਦਾ।
ਜੇ ਬੰਦਾ ਚੰਗਾ ਆ ਤੇ ਉਹ ਕੁਰਸੀ ਵੀ ਚੰਗੀ ਆ, ਅਦਰਵਾਈਜ਼ ਕੁਰਸੀ ਵੀ ਕੀ ਹੁੰਦੀ ਆ ਜਿਹਦੇ ਤੇ ਲੋਕੀ ਗਾਲਾਂ ਕੱਢੀ ਜਾਣ, ਜਿਹਦੇ ਤੇ ਲੋਕੀ ਤੁਹਾਨੂੰ ਇਹ ਕਹੀ ਜਾਣ। ਸੋ ਇਸ ਕਰਕੇ ਇਹ ਇਦਾਂ ਦਾ ਸੋਚਣਾ ਨਹੀਂ ਚਾਹੀਦਾ, ਕਿਉਂਕਿ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਆ ਕੁਦਰਤ ਨੇ ਜੋ ਕੀਤਾ ਨਾ ਹੁਣ ਕਰੋਨਾ ਦੇ ਟਾਈਮ, ਮੇਰਾ ਖਿਆਲ ਹੈ ਦੁਨੀਆ ਕਹਿੰਦੇ ਖੜੀ ਨਹੀਂ ਸੀ ਹੁੰਦੀ, ਤੇ ਇੱਕ ਉਹ ਚੀਜ਼ ਦਿਸਦੀ ਵੀ ਨਹੀਂ ਹੈਗੀ ਤੇ ਜਿਹਨੇ ਦੁਨੀਆ ਖੜੀ ਕਰਕੇ ਰੱਖ ਦਿੱਤੀ। ਇਸ ਕਰਕੇ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਜ਼ਰੂਰਤ ਹੈਗੀ ਆ। ਤੁਸੀਂ ਸੋਚ ਰਹੇ ਹੋ, ਪਰ ਪੰਜਾਬ ਦੇ ਹਿੱਤ ਦੇ ਵਿੱਚ ਲੱਗਦਾ ਕਿ ਬਾਕੀ ਸਿਆਸੀ ਪਾਰਟੀਆਂ ਵੀ ਉਸੇ ਤਰੀਕੇ ਨਾਲ ਸੋਚਦੀਆਂ। ਜਦੋਂ ਪੰਜਾਬ ਦੇ ਲਈ ਅਸੀਂ ਰਾਹਤ ਪੈਕੇਜ ਦੀ ਗੱਲ ਕਰਦੇ ਹਾਂ, ਕਿਸੇ ਤਰੀਕੇ ਦੀ ਮਾਲੀ ਮਦਦ ਦੀ ਗੱਲ ਕਰਦੇ ਹਾਂ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਾਂ ਕਿ ਕੇਂਦਰ ਵੱਲੋਂ ਆ ਰਿਹਾ ਜਾਂ ਆ ਜਾਏਗਾ ਜਾਂ ਮੰਗ ਕੀਤੀ ਜਾ ਰਹੀ ਹੈ, ਤੇ ਬਾਕੀ ਸਿਆਸੀ ਪਾਰਟੀਆਂ ਚਾਹੇ ਅਕਾਲੀ ਦਲ ਹੈ ਤੇ ਚਾਹੇ ਭਾਰਤੀ ਜਨਤਾ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਉਹ ਵੀ ਉਸੇ ਸ਼ਿੱਦਤ ਦੇ ਨਾਲ ਪੰਜਾਬ ਦੇ ਪੱਖ ਦੇ ਵਿੱਚ ਖੜ ਰਿਹਾ। ਨਹੀਂ ਖੜਨਾ ਚਾਹੀਦਾ, ਲੇਕਿਨ ਬਦਕਿਸਮਤੀ ਆ ਕਿ ਅਗਰੇਰੀਅਨ ਸਟੇਟ ਹੈ, ਅਕਾਲੀ ਦਲ ਬੀਜੇਪੀ ਦੀ ਭਾਈਵਾਲ ਪਾਰਟੀ ਆ, ਤੇ ਮੇਰਾ ਖਿਆਲ ਹੈ ਵੀ ਇਹਦੇ ਵਿੱਚ ਕੋਈ ਰਿਐਕਸ਼ਨ ਵੀ ਨਹੀਂ ਆਇਆ, ਇਹਦੇ ਵਿੱਚ ਕੋਈ ਰਿਐਕਸ਼ਨ ਵੀ ਨਹੀਂ ਆਇਆ। ਤੁਸੀਂ ਕਿਵੇਂ ਫੇਸ ਕਰ ਲਓਗੇ, ਕਿਉਂਕਿ ਅਲਟੀਮੇਟਲੀ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਤਾਂ ਬੇਸਿਕਲੀ ਅਕਾਲੀ ਦਲ ਬਹੁਤ ਸਮੇਂ ਤੋਂ ਕਰ ਰਿਹਾ, ਤੇ ਹੁਣ ਵਿਸਰ ਕਿਉਂ ਗਏ ਹੈਗੇ ਆ? ਹੁਣ ਇਹਦੇ ਤੇ ਕਹਿਣ ਦੀ ਜ਼ਰੂਰਤ ਹੈਗੀ ਆ, ਸਾਨੂੰ ਖੜੇ ਹੋਣ ਦੀ ਜ਼ਰੂਰਤ ਆ। ਦੇਖੋ ਵਿਚਾਰਧਾਰਾ ਦਾ ਫਰਕ ਹੋ ਸਕਦਾ, ਲੇਕਿਨ ਐਟ ਦਾ ਸੇਮ ਟਾਈਮ ਜਿੱਥੋਂ ਤੱਕ ਪੰਜਾਬ ਦੀ ਗੱਲ ਆ, ਪੰਜਾਬ ਲਈ ਸਾਨੂੰ ਸਾਰਿਆਂ ਨੂੰ ਖੜੇ ਹੋਣ ਦੀ ਜ਼ਰੂਰਤ ਹੈਗੀ ਆ। ਅਗਲੀ ਕੀ ਵਿਉਂਤਬੰਦੀ ਕਰ ਰਹੇ ਹੋ, ਕਿਸ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹੋ? ਕੈਪਟਨ ਸਾਹਿਬ ਨਾਲ ਰਾਬਤਾ ਬਣਾਉਣ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਨੇ, ਬਾਕੀ ਜਿਹੜੇ ਆਵਾਜ਼ ਉਠਾ ਰਿਹਾ ਮੰਤਰੀ ਜਾਂ ਵਿਧਾਇਕ ਉਹਨਾਂ ਦੇ ਨਾਲ ਤੁਹਾਡਾ ਰਾਬਤਾ ਬਣ ਰਿਹਾ, ਸਿੱਧੂ ਨਾਲ ਰਾਬਤਾ ਬਣ ਰਿਹਾ? ਮੈਂ ਤਾਂ ਹਮੇਸ਼ਾ ਕਦੀ ਡਾਇਲੌਗ ਕਦੀ ਕਿਸੇ ਨਾਲ ਵੀ ਨਹੀਂ ਬੰਦ ਕਰਦਾ। ਜੇ ਮੈਂ ਤਾਂ ਸਿਰਫ ਇੰਨੀ ਗੱਲ ਕਰਦਾ ਹੁੰਦਾ ਵੀ ਯਾਰ ਜਿਹੜੀ ਗੱਲ ਤੁਸੀਂ ਠੀਕ ਕਰਦੇ ਆਪਾਂ ਉਹ ਇੰਪਲੀਮੈਂਟ ਕਰ ਲਈਏ, ਜਿਹੜੀ ਗੱਲ ਮੈਂ ਠੀਕ ਕਰਦਾ ਆਪਾਂ ਉਹ ਇੰਪਲੀਮੈਂਟ ਕਰ ਲਈਏ, ਕੰਸੈਂਸਸ ਬਣਾ ਲਈਏ। ਦੈਟ ਇਜ਼ ਵਾਟ ਦਾ ਡੈਮੋਕ੍ਰੇਸੀ ਇਜ਼। ਕਿਉਂਕਿ ਜੇ ਡੈਮੋਕ੍ਰੇਸੀ ਹਰ ਬੰਦਾ ਕਿਉਂ ਮੀਟਿੰਗਾਂ ਕਿਉਂ ਹੁੰਦੀਆਂ, ਉਹਦੇ ਵਿੱਚ 5-7 ਬੰਦੇ ਕਿਉਂ ਇਨਵਾਈਟ ਹੁੰਦੇ ਆ? ਇਸ ਕਰਕੇ ਇਨਵਾਈਟ ਕੀਤੇ ਜਾਂਦੇ ਆ ਵੀ ਹਰ ਬੰਦਾ ਆਪਣੀ ਇਨਪੁਟ ਦੇਵੇ, ਆਪਣੀ ਇਨਪੁਟ ਤੋਂ ਬਾਅਦ ਉਹ ਜਿਹੜੀ ਉਹਦੇ 'ਚੋਂ ਬੈਸਟ ਆਪਸ਼ਨ ਹੋਵੇ ਉਹ ਅਸੀਂ ਅਡਾਪਟ ਕਰ ਲਈਏ, ਔਰ ਕਲੈਕਟਿਵਲੀ ਕਹੀਏ ਵੀ ਅਸੀਂ ਇਹ ਸਾਰਿਆਂ ਨੇ ਸਾਂਝੀ ਦੁਨੀਆ ਦੇ ਉੱਤੇ ਇਹੀ ਹੁੰਦਾ ਤੇ ਸਾਡੇ ਵੀ ਇਹ ਹੋਣਾ ਚਾਹੀਦਾ। ਤੁਸੀਂ ਮੁਲਕ ਦੀ ਅਗਵਾਈ ਕਰ ਚੁੱਕੇ ਹੋ, ਤੁਸੀਂ ਹਾਕੀ ਦੇ ਮਾਮਲੇ ਦੇ ਵਿੱਚ। ਹੁਣ ਇਹ ਜਿਹੜੀਆਂ ਆਵਾਜ਼ਾਂ ਉੱਠਦੀਆਂ ਪਈਆਂ ਨੇ ਪੰਜਾਬ ਦੇ ਹਿੱਤ ਲਈ ਮੰਨ ਲਈ ਨੇ ਅਸੀਂ ਆਵਾਜ਼ਾਂ ਉੱਠਦੀਆਂ ਪਈਆਂ, ਜਦੋਂ ਇਹ ਮੰਤਰੀ ਇਹ ਵਿਧਾਇਕ ਇਕੱਠੇ ਹੁੰਦੇ ਆ, ਤੁਸੀਂ ਕਹਿੰਦੇ ਕਿ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੁੰਦੀ ਹੈ, ਤੇ ਜੇ ਇਹ ਲੋਕ ਕਹਿੰਦੇ ਆ ਕਿ ਜਿਵੇਂ ਤੁਸੀਂ ਮੁਲਕ ਦੀ ਅਗਵਾਈ ਹਾਕੀ 'ਚ ਕੀਤੀ ਸੀ ਤੇ ਸਾਡੀ ਧਿਰ ਦੀ ਅਗਵਾਈ, ਸਾਡੇ ਮੁੱਦੇ ਦੀ ਅਗਵਾਈ ਤੁਸੀਂ ਕਰੋ, ਤੇ ਤਿਆਰ ਹੋ? ਨਹੀਂ ਦੇਖੋ ਗੱਲ ਇਹ ਹੈ ਕਿ ਲੀਡਰਸ਼ਿਪ ਬਹੁਤ ਹੈ ਸਾਡੇ ਕੋਲ, ਇਹ ਕੋਈ ਪ੍ਰੋਬਲਮ ਨਹੀਂ ਹੈ। ਗੱਲ ਤਾਂ ਸਿਰਫ ਇੰਨੀ ਕਿਹਾ ਕਿ ਸਾਨੂੰ ਦੂਰਅੰਦੇਸ਼ੀ ਨਾਲ, ਸਾਨੂੰ ਸੁਹਿਰਦਤਾ ਦੇ ਨਾਲ, ਸਾਨੂੰ ਇਹ ਲੌਜੀਕਲ ਜਿਹੜੀਆਂ ਗੱਲਾਂ ਕਹਿਣੀਆਂ ਪੈਣਗੀਆਂ ਵੀ ਹਾਂ ਵੀ ਦਿਸ ਇਜ਼ ਦਾ ਲੌਜਿਕ। ਔਰ ਤੁਸੀਂ ਬਿਊਰੋਕਰੈਟ ਨੂੰ, ਕਿਉਂਕਿ ਬਿਊਰੋਕਰੈਟ ਕੋਲ ਫਾਈਲ ਆ, ਤੁਸੀਂ ਬਿਊਰੋਕਰੈਟ ਨੂੰ ਕਨਵਿੰਸ ਕਰਾਉਣਾ ਚਾਹੀਦਾ ਵੀ ਹਾਂ ਵੀ ਆਹ ਗੱਲ ਠੀਕ ਹੈ ਤੇ ਆਹ ਗੱਲ ਗਲਤ ਹੈ। ਇਹ ਕੀ ਗੱਲ ਹੋਈ ਵੀ ਚੀਫ ਸੈਕਟਰੀ ਸਾਡੀ ਗੱਲ ਨਹੀਂ ਸੁਣਦਾ? ਪਿੱਛੇ ਜਿਹੇ ਵਿਧਾਨ ਸਭਾ ਦੇ ਵਿੱਚ ਮੇਰਾ ਖਿਆਲ 65-70 MLA ਖੜੇ ਹੋ ਗਏ, ਸਾਡੇ ਉੱਥੇ ਇੱਕ ਸੈਣੀ ਆ ਸੁਪਰਡੈਂਟ, ਉਹਦੇ ਕਰਕੇ ਵੀ ਹਾਂ ਵੀ ਉਹ ਪੰਜਾਬ ਭਵਨ ਦੇ ਵਿੱਚ ਸਾਨੂੰ ਕਮਰੇ ਨਹੀਂ ਚੱਜ ਦੇ ਦਿੰਦਾ। ਸੈਣੀ ਦੀ ਕੀ ਜ਼ਰੂਰਤ ਹੋਈ? ਕਿਉਂਕਿ ਅਲਟੀਮੇਟਲੀ ਕੀ ਹੋਇਆ ਕਿ ਅਸੀਂ ਹੌਲੀ ਹੌਲੀ ਸਿਸਟਮ ਨੂੰ ਡਿਟੀਰੀਓਰੇਟ ਕਰ ਦਿੱਤਾ, ਔਰ ਸਾਨੂੰ ਉਹ ਸਿਸਟਮ ਨੂੰ ਖੜਾ ਕਰਨ ਦੀ ਜ਼ਰੂਰਤ ਆ। ਜਿਹੜਾ ਮੇਰੇ ਲਈ ਰੂਲ ਆ ਉਹ ਦੂਸਰੇ ਲਈ ਵੀ ਉਹੀ ਰੂਲ ਹੋਵੇ, ਤੀਸਰੇ ਲਈ ਵੀ ਉਹੀ ਰੂਲ ਹੋਵੇ, ਵਾਈ ਨਾਟ? ਸੋ ਇਸ ਕਰਕੇ ਜਦੋਂ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ ਤਾਂ ਫਿਰ ਇਹ ਸਮੱਸਿਆਵਾਂ ਜਿਹੜੀਆਂ ਆਉਣਗੀਆਂ। ਤੁਹਾਡੇ ਮਤਲਬ ਨਾਲ ਜੇ ਅਸੀਂ ਸਹਿਮਤ ਹੁੰਦੇ ਹਾਂ ਤਾਂ ਸਿੱਧੇ ਤੌਰ ਤੇ ਇਹ ਵੀ ਕਿਹਾ ਜਾ ਸਕਦਾ ਕਿ ਮੰਤਰੀਆਂ ਨੇ ਖੁਦ ਹੀ ਉਹ ਜਿਹੜਾ ਹੈਗਾ ਸੀਗਾ ਇੱਕ ਰੂਲ ਸੀਗਾ, ਨਿਯਮ ਸੀਗਾ, ਉਸ ਨਿਯਮ ਨੂੰ ਪਹਿਲਾਂ ਤੋੜਨਾ ਸ਼ੁਰੂ ਕੀਤਾ ਤੇ ਤਾਂ ਕਰਕੇ ਇਹ ਪਰਿਸਥਿਤੀਆਂ ਬਣੀਆਂ ਨੇ। ਅਫਸਰਸ਼ਾਹੀ ਦੇ ਨਾਲ ਇਖਤਲਾਫ ਇਸ ਕਰਕੇ ਪੈਦਾ ਹੋਇਆ। ਨਹੀਂ, ਮੇਰੇ ਕਹਿਣ ਦਾ ਮਤਲਬ ਉੱਥੇ ਬੈਸਟ ਡਿਸਕਸ਼ਨ ਹੋਣੀ ਚਾਹੀਦੀ, ਬੈਸਟ ਬ੍ਰੇਨਸ ਹੋਣੇ ਚਾਹੀਦੇ ਆ। ਮੈਨੂੰ ਲੱਗਦਾ ਕਿ ਜਦੋਂ ਕੈਬਨਿਟ ਬੈਠਦੀ ਆ ਉਦੋਂ ਲੰਬੀ ਡਿਸਕਸ਼ਨ ਹੋਣੀ ਚਾਹੀਦੀ ਆ ਵੀ ਹਾਂ ਵੀ ਇਹਦੇ 'ਚੋਂ ਉਹਦੇ ਵਿੱਚ ਕੋਈ ਏਜੰਡਾ ਆਈਟਮ ਅਲਾਓ ਹੀ ਨਹੀਂ ਕਰਨੀ ਚਾਹੀਦੀ, ਅਗਲੇ ਦਿਨ ਕੈਬਨਿਟ ਮੀਟਿੰਗ ਕਰ ਲਓ, ਇਹਦੇ 'ਚ ਕੀ ਪ੍ਰੋਬਲਮ ਹੈਗੀ ਆ? ਔਰ ਜਿਹੜੀ ਗੱਲ ਕਰੋ ਉਹ ਸੂਬੇ ਦੀ ਬਿਹਤਰੀ ਲਈ ਹੋਣੀ ਚਾਹੀਦੀ ਆ, ਉਹਦੇ ਵਿੱਚ ਐਕਸਪਰਟ ਬੁਲਾਉਣੇ, ਐਕਸਪਰਟ ਬੁਲਾ ਲਓ, ਕੀ ਪ੍ਰੋਬਲਮ ਆ? ਅਸੀਂ ਗਵਰਨਮੈਂਟ ਕੈਨ ਇਨਵੋਲਵ ਔਰ ਇਨਵਾਈਟ ਐਨੀਬਡੀ ਜਿਹਦਾ ਵੀ ਉਸ ਲੈਵਲ ਦਾ ਇੰਟੈਲੀਜੈਂਸੀਆ ਹੋਵੇ, ਉਹਦੇ 'ਚ ਕੀ ਸਮੱਸਿਆ ਕੀ ਹੈਗੀ ਆ? ਆਖਰੀ ਸਵਾਲ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਹੈ, ਅਗਵਾਈ ਕਰ ਰਿਹਾ ਇਸ ਸਰਕਾਰ ਦੀ, ਸੂਬੇ ਦੀ ਅਗਵਾਈ ਕਰ ਰਿਹਾ। ਇਸ ਹਾਲਾਤ ਦੇ ਵਿੱਚ ਜਦੋਂ ਅਗਵਾ ਜਿਹੜਾ ਕਰਨ ਵਾਲਾ ਬੰਦਾ, ਅਗਵਾਈ ਕਰਨ ਵਾਲਾ ਬੰਦਾ ਹੁੰਦਾ, ਉਹਨੂੰ ਮੋਹਰੇ ਖੜਨ ਦੀ ਲੋੜ ਹੁੰਦੀ ਆ, ਉਹ ਅਗਿਆਤਵਾਸ ਜਿਹਾ ਕੈਪਟਨ ਸਾਹਿਬ ਨਜ਼ਰ ਆ ਰਿਹਾ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਿਤੇ ਕਿਤੇ ਨਜ਼ਰ ਜ਼ਰੂਰ ਆਉਂਦੇ ਆ, ਪਰ ਅਗਿਆਤਵਾਸ ਜ਼ਿਆਦਾ ਨਜ਼ਰ ਆਉਂਦੇ। ਲੱਗਦਾ ਨਹੀਂ ਹੈ ਕਿ ਜਿਸ ਤਰੀਕੇ ਨਾਲ ਫਰੰਟ ਫੁੱਟ ਤੇ ਕੈਪਟਨ ਸਾਹਿਬ ਉਹਨਾਂ ਨੂੰ ਵੀ ਖੜੇ ਹੋਣਾ ਚਾਹੀਦਾ ਸੀਗਾ, ਨਜ਼ਰ ਆਉਣਾ ਚਾਹੀਦਾ ਸੀ, ਉੱਦਾਂ ਨਜ਼ਰ ਨਹੀਂ ਆ ਰਿਹਾ ਇਸ ਸਮੇਂ?
ਨਹੀਂ ਦੇਖੋ, ਜਿਹੜਾ ਇਹ ਵਾਇਰਸ ਆ ਬੇਸਿਕਲੀ ਦੇਖੋ ਬਜ਼ੁਰਗ ਹੈਗੇ ਆ, ਡਾਇਬਟਿਕ ਵੀ ਹੈਗੇ ਆ, ਹੋਰ ਵੀ ਹੈਲਥ ਦੀਆਂ ਪ੍ਰੋਬਲਮਸ ਹੈਗੀਆਂ, ਬਟ ਗੱਲ ਤਾਂ ਪਾਲਿਸੀ ਮੈਟਰ ਦੀ ਆ। ਗੱਲ ਤਾਂ ਉਹਦੀ ਦੇਖੋ ਐਗਜ਼ੀਕਿਊਟ ਕਰਨ ਦੀ, ਕਿਉਂਕਿ ਜਦੋਂ ਪਾਲਿਸੀ ਠੀਕ ਬਣ ਜਾਂਦੀ ਆ ਤਾਂ ਫਿਰ ਉਹਦੇ 'ਚ ਐਗਜ਼ੀਕਿਊਸ਼ਨ ਦੇ ਵਿੱਚ ਤਾਂ ਬਿਊਰੋਕਰੈਟ ਨਹੀਂ ਐਗਜ਼ੀਕਿਊਟ ਕਰਨੀ ਹੁੰਦੀ ਆ, ਕਿਉਂਕਿ ਐਮਐਲਏ ਸਾਡੇ ਫੀਲਡ ਦੇ ਵਿੱਚ ਹੈਗੇ ਆ। ਜਿੰਨੀ ਵੀ ਰਾਸ਼ਨ ਦੀ ਡਿਸਟ੍ਰੀਬਿਊਸ਼ਨ ਹੋਈ ਆ ਜਾਂ ਜਿੰਨੇ ਵੀ ਜਿੱਥੇ ਵੀ ਹੋਇਆ, ਉਹ 'ਚ ਸਾਰੇ ਐਮਐਲਏ ਫਰੰਟ ਫੁੱਟ ਤੇ ਜਾ ਕੇ ਖੜੇ ਹੋਏ ਹੈਗੇ ਆ, ਅਲੋਂਗ ਵਿਦ ਬਿਊਰੋਕਰੈਟਸ, ਅਲੋਂਗ ਵਿਦ NGOs। ਜਿਹੜੇ ਲੋਕੀ ਵੀ ਆ ਉਹਨਾਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਇਹਦੇ ਵਿੱਚ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਆ ਵੀ ਕਰੋਨਾ ਦੇ ਵਿੱਚ ਚਲੋ ਭਾਵੇਂ ਉਹ, ਕਿਉਂਕਿ ਅਲਟੀਮੇਟਲੀ ਕੀ ਆ ਕਿ ਜਿਹੜੀ ਆ ਇਹ ਵੱਡੀ ਏਜ ਵਾਲੇ ਬੰਦੇ ਨੂੰ ਜ਼ਿਆਦਾ ਸਮੱਸਿਆ ਹੁੰਦੀ ਆ। ਗੱਲ ਮੈਂ ਉਸ ਤੁਹਾਡੀ ਨਾਲ ਸਹਿਮਤ ਨਹੀਂ ਹੈਗਾ, ਲੇਕਿਨ ਹਾਂ ਪਾਲਿਸੀ ਮੈਟਰ ਤੇ ਜਿੱਥੇ ਗੱਲ ਕਰਨ ਦੀ ਜ਼ਰੂਰਤ ਹੈਗੀ ਆ, ਜਿੱਥੇ ਸੁਹਿਰਦਤਾ ਦਿਖਾਉਣ ਦੀ ਜ਼ਰੂਰਤ ਹੈਗੀ ਆ, ਜਿੱਥੇ ਦੂਰਅੰਦੇਸ਼ੀ ਦਿਖਾਉਣ ਦੀ ਜ਼ਰੂਰਤ ਹੈਗੀ, ਉੱਥੇ ਚਾਹੀਦੀ ਹੈਗੀ। ਉੱਥੇ ਨਹੀਂ ਨਜ਼ਰ ਆਇਆ ਕਿਤੇ ਨਾ ਕਿਤੇ, ਉੱਥੇ ਕਮੀ ਤੁਹਾਨੂੰ ਨਜ਼ਰ ਆਈ ਹੈ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਪਰਿਸਥਿਤੀਆਂ ਇਸ ਵੇਲੇ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚ ਜ਼ਰੂਰਤ ਤਾਂ ਲੋਕਾਂ ਦੇ ਪੱਖ ਦੀਆਂ ਨੀਤੀਆਂ ਬਣਾਉਣ ਦੀ, ਲੋਕਾਂ ਦੇ ਨਾਲ ਖੜਨ ਦੀ, ਕਰੋਨਾ ਵਾਇਰਸ ਨਾਲ ਕਿਵੇਂ ਨਜਿੱਠਿਆ ਜਾਵੇ, ਕਿਵੇਂ ਇਹਨਾਂ ਪਰਿਸਥਿਤੀਆਂ ਤੋਂ ਬਾਹਰ ਨਿਕਲਿਆ ਜਾਵੇ, ਉਹਦੇ ਬਾਰੇ ਸੋਚਾਂ ਵਿਚਾਰਾਂ ਕਰਨ ਦੀ ਤੇ ਕਦਮ ਪੁੱਟਣ ਦੀ ਸੀ। ਪਰ ਇਸ ਸਭ ਦੇ ਦਰਮਿਆਨ ਜਿਹੜਾ ਸਰਕਾਰ ਦਾ ਆਪਣਾ ਰੇੜਕਾ ਪਿਆ, ਉਹ ਵਿਆਹ 'ਚ ਬੀ ਦੇ ਲੇਖੇ ਵਾਲੀ ਗੱਲ ਜਿਹੜੀ ਆ ਉਹ ਕਹੀ ਜਾ ਸਕਦੀ ਹੈ। ਤੇ ਲੋਕ ਇਸ ਸ਼ਸ਼ੋਪਾਂਚ ਦੇ ਵਿੱਚ ਨੇ ਕਿ ਉਹ ਕਿਹੜੇ ਪਾਸੇ ਜਾਣ, ਉਹ ਇਹ ਮੰਨਣ ਕਿ ਸਰਕਾਰ ਸਾਡੇ ਪੱਖ ਦੇ ਵਿੱਚ ਖੜੀ ਆ, ਮੰਤਰੀ ਜਿਹੜੀਆਂ ਗੱਲਾਂ ਕਰਦੇ ਪਏ ਉਹ ਸਾਡੇ ਪੱਖ ਦੀਆਂ ਕਰਦੇ ਪਏ ਨੇ, ਜਾਂ ਫਿਰ ਇਹ ਦੇਖਣ ਕਿ ਇਹ ਸਿਰਫ ਤੇ ਸਿਰਫ ਆਪਸ ਦੀ ਕੋਰੀ ਸਿਆਸਤ ਹੋ ਰਹੀ ਹੈ, ਸਾਡੇ ਇਸ ਮੂਲ ਮੁੱਦੇ ਦੇ ਉੱਤੇ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।